ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਬੂੜਾ ਜੀ ਨੂੰ ਬੁੱਢਾ ਸ਼ਬਦ ਕਹਿ ਕੇ ਨਿਵਾਜਿਆ ਸੀ, ਤਦ ਤੋਂ ਹੀ ਸਿੱਖ ਸੰਗਤਾਂ ਵਿੱਚ ਬਾਬਾ ਬੁੱਢਾ ਜੀ ਦਾ ਨਾਮ ਭਾਈ ਬੁੱਢਾ ਜੀ ਕਰਕੇ ਪ੍ਰਸਿੱਧ ਹੋ ਗਿਆ ਸੀ। ਹੁਣ ਹਰ ਕੋਈ ਆਪ ਜੀ ਨੂੰ ਭਾਈ ਬੁੱਢਾ ਜੀ ਕਹਿ ਕੇ ਬੁਲਾਉਂਦਾ ਸੀ। ਬਾਬਾ ਬੁੱਢਾ ਜੀ ਦੇ ਮਾਤਾ ਪਿਤਾ ਆਪਣੀ ਖੁਸ਼ੀ ਨਾਲ ਬੁੱਢਾ ਜੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਵਿੱਚ ਛੱਡ ਗਏ ਸਨ। ਬਾਬਾ ਬੁੱਢਾ ਜੀ ਦੇ ਮਨ ਵਿੱਚ ਸਤਿਗੁਰੂ ਦੀ ਸੰਗਤ ਨਾਲ ਨਾਮ ਦੀ ਜਾਗ ਲੱਗ ਗਈ ਸੀ। ਆਪ ਹਰ ਵੇਲੇ ਪ੍ਰਭੂ ਦੇ ਸਿਮਰਨ ਵਿੱਚ ਲੀਨ ਰਹਿੰਦੇ ਸਨ। ਆਪਣੀ ਹਉਮੈ ਨੂੰ ਤਿਆਗ ਕੇ ਬੜੀ ਨਿਮਰਤਾ ਨਾਲ ਸਤਿਗੁਰੂ ਜੀ ਦੀ ਤੇ ਸਿੱਖ ਸੰਗਤਾਂ ਦੀ ਸੇਵਾ ਕਰਦੇ ਰਹਿੰਦੇ। ਆਪ ਲੰਗਰ ਦੀ ਸੇਵਾ ਕਰਦੇ, ਝਾੜੂ ਦਿੰਦੇ, ਡੇਰੇ ਦੀ ਲਿੰਬ ਪੋਚ ਕਰਦੇ, ਪੱਖਾ ਝੱਲਦੇ ਤੇ ਬਸਤਰ ਆਦਿ ਧੋਂਦੇ। ਬਾਹਰ ਖੇਤਾਂ ਵਿੱਚ ਕੰਮ ਕਰਦੇ ਅਤੇ ਡੰਗਰਾਂ ਦੀ ਸਾਂਭ ਸੰਭਾਲ ਕਰਦੇ ਸਨ। ਇਸ ਤਰ੍ਹਾਂ ਗੁਰੂ ਮਹਾਰਾਜ ਜੀ ਦੀ ਸੇਵਾ ਕਰਦਿਆਂ ਬਾਬਾ ਬੁੱਢਾ ਜੀ ਹਰ ਸਮੇਂ ਖੇੜੇ ਵਿੱਚ ਰਹਿੰਦੇ ਸਨ। ਬਚਪਨ ਤੋਂ ਆਪ ਜੀ ਅਨਪੜ੍ਹ ਸਨ, ਪਰ ਸਤਿਗੁਰੂ ਜੀ ਦੀ ਸ਼ਰਨ ਆਉਣ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਗੁਰਮੁਖੀ ਪੜ੍ਹ ਲਈ ਸੀ। ਸਤਿਗੁਰੂ ਜੀ ਦੇ ਮਿਲਾਪ ਤੋਂ ਬਾਅਦ ਬਾਬਾ ਬੁੱਢਾ ਜੀ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਚੁੱਕਾ ਸੀ, ਜਿਸ ਕਰਕੇ ਆਪ ਦੀ ਸੁਰਤ ਸਦਾ ਉੱਚੇ ਮੰਡਲਾਂ ਵਿੱਚ ਰਹਿੰਦੀ ਸੀ। ਬਾਬਾ ਬੁੱਢਾ ਜੀ ਦੀ ਸੇਵਾ ਤੇ ਮਾਤਾ ਸੁਲੱਖਣੀ ਜੀ ਤੇ ਹੋਰ ਸੰਗਤਾਂ ਬੜੀਆਂ ਪ੍ਰਸੰਨ ਸਨ। ਬਾਬਾ ਬੁੱਢਾ ਜੀ ਨੇ ਸਤਿਗੁਰੂ ਜੀ ਦੀ ਬੇਅੰਤ ਬਾਣੀ ਗੁਰਸਿੱਖਾਂ ਪਾਸੋਂ ਪੜ੍ਹ ਸੁਣ ਕੇ ਕੰਠ ਕਰ ਲਈ ਸੀ ਤੇ ਹਰ ਸਮੇਂ ਬਾਣੀ ਦੇ ਪਾਠ ਦਾ ਅਭਿਆਸ ਕਰਦੇ ਰਹਿੰਦੇ ਸਨ। ਸ਼੍ਰੀ ਗੁਰੂ ਨਾਨਕ ਦੇਵ ਜੀ 3 ਲੰਮੀਆਂ ਉਦਾਸੀਆਂ ਵਿੱਚ ਸੰਸਾਰ ਦੇ ਬੇਅੰਤ ਜੀਵਾਂ ਦਾ ਉਧਾਰ ਕਰ ਚੁੱਕੇ ਸਨ। ਹੁਣ ਆਪ ਚੌਥੀ ਉਦਾਸੀ ਲਈ ਚੱਲ ਪਏ ਸਨ। ਇਸ ਉਦਾਸੀ ਸਮੇਂ ਸਤਿਗੁਰੂ ਜੀ 4 ਸਾਲ ਦੇ ਲਗਭਗ ਸ਼੍ਰੀ ਕਰਤਾਰਪੁਰ ਸਾਹਿਬ ਤੋਂ ਬਾਹਰ ਹੀ ਰਹੇ। ਇਹ ਸਾਰਾ ਸਮਾਂ ਬਾਬਾ ਬੁੱਢਾ ਜੀ ਸ਼੍ਰੀ ਕਰਤਾਰਪੁਰ ਸਾਹਿਬ ਰਹਿ ਕੇ ਮਾਤਾ ਸੁਲੱਖਣੀ ਜੀ ਤੇ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਦੀ ਸੇਵਾ ਕਰਦੇ ਰਹੇ। ਸ਼੍ਰੀ ਗੁਰੂ ਨਾਨਕ ਦੇਵ ਜੀ ਦੌਰਾ ਕਰਕੇ ਜਦੋਂ ਵਾਪਸ ਸ਼੍ਰੀ ਕਰਤਾਰਪੁਰ ਪੁੱਜੇ ਤਾਂ ਫਿਰ ਸੰਗਤਾਂ ਦੀ ਆਵਾਜਾਈ ਵੱਧ ਗਈ। ਬਾਬਾ ਜੀ ਬੜੇ ਪ੍ਰੇਮ ਨਾਲ ਸਤਿਗੁਰੂ ਜੀ ਤੇ ਸੰਗਤਾਂ ਦੀ ਸੇਵਾ ਅੱਗੇ ਨਾਲੋਂ ਵੱਧ ਚੜ੍ਹ ਕੇ ਕਰਦੇ ਸਨ। ਇਹਨਾਂ ਦਿਨਾਂ ਵਿੱਚ ਹੀ ਭਾਈ ਲਹਿਣਾ ਜੀ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਗਏ। ਭਾਈ ਲਹਿਣਾ ਜੀ ਬਾਬਾ ਬੁੱਢਾ ਜੀ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਸਤਿਗੁਰੂ ਜੀ ਦੀ ਸੇਵਾ ਵਿੱਚ ਦਿਨ ਰਾਤ ਜੁਟੇ ਰਹਿੰਦੇ ਸਨ। ਭਾਈ ਲਹਿਣਾ ਜੀ ਤੇ ਬਾਬਾ ਬੁੱਢਾ ਜੀ ਦਾ ਆਪੋ ਵਿੱਚ ਬੜਾ ਗੂੜਾ ਪ੍ਰੇਮ ਸੀ। ਦੋਵੇਂ ਮਿਲ ਕੇ ਰੱਬੀ ਗਿਆਨ ਦੀ ਚਰਚਾ ਕਰਦੇ ਰਹਿੰਦੇ ਸਨ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੁਰਾਤਨ ਸਿੱਖਾਂ ਨਾਲ ਸਤਸੰਗ ਕਰਦੇ ਤੇ ਉਹਨਾਂ ਕੋਲੋਂ ਸਤਿਗੁਰੂ ਜੀ ਦੇ ਜੀਵਨ ਦੀਆਂ ਕਥਾਵਾਂ ਸੁਣਿਆ ਕਰਦੇ ਸਨ। ਇਉਂ ਦੋਵੇਂ ਪ੍ਰੇਮੀ ਸਤਿਗੁਰੂ ਜੀ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਰਹਿੰਦੇ ਸਨ। ਕਿਸੇ ਸਮੇਂ ਵੀ ਸੇਵਾ ਤੋਂ ਮੂੰਹ ਨਹੀਂ ਸੀ ਮੋੜਦੇ। ਭਾਈ ਲਹਿਣਾ ਜੀ ਤੇ ਬਾਬਾ ਬੁੱਢਾ ਜੀ ਦੀ ਸੇਵਾ ਵੱਲ ਵੇਖ ਕੇ ਅਨੇਕਾਂ ਸਿੱਖ ਗੁਰੂ ਘਰ ਦੇ ਪ੍ਰੇਮੀ ਬਣਦੇ ਜਾਂਦੇ ਸਨ। ਸਭ ਸੰਗਤਾਂ ਆਪ ਜੀ ਦੀ ਸੇਵਾ ਦੀ ਸ਼ਲਾਘਾ ਕਰਦੀਆਂ ਸਨ। ਬਾਬਾ ਬੁੱਢਾ ਜੀ ਸੰਗਤਾਂ ਨੂੰ ਗੁਰਮਤਿ ਦਾ ਉਪਦੇਸ਼ ਦੇ ਕੇ ਸਿੱਖੀ ਵਿੱਚ ਪਰਪੱਕ ਕਰਿਆ ਕਰਦੇ ਸਨ। ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਮਿਲਾਪ ਸਮੇਂ ਤੋਂ ਹੀ ਬਾਬਾ ਬੁੱਢਾ ਜੀ ਸਤਿਗੁਰੂ ਜੀ ਦੀ ਸੇਵਾ ਵਿੱਚ ਸ਼੍ਰੀ ਕਰਤਾਰਪੁਰ ਸਾਹਿਬ ਟਿਕ ਗਏ ਸਨ। ਆਪ ਹਰ ਸਮੇਂ ਸਤਿਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ, ਹਰ ਪ੍ਰਕਾਰ ਦੀ ਸੇਵਾ ਕਰਦੇ ਸਨ। ਬਾਬਾ ਬੁੱਢਾ ਜੀ ਦੇ ਨਾਲ ਭਾਈ ਲਹਿਣਾ ਜੀ ਵੀ ਸੇਵਾ ਵਿੱਚ ਜੁਟੇ ਰਹਿੰਦੇ ਸਨ। ਕਿਸੇ ਦਿਨ ਬਾਬਾ ਜੀ ਸਤਿਗੁਰੂ ਜੀ ਤੋਂ ਆਗਿਆ ਲੈ ਕੇ ਆਪਣੇ ਨਗਰ ਰਮਦਾਸ ਚਲੇ ਜਾਂਦੇ ਤੇ ਆਪਣੇ ਮਾਤਾ ਪਿਤਾ ਨੂੰ ਮਿਲ ਆਉਂਦੇ ਸਨ। ਬਾਬਾ ਜੀ ਦੀ ਉਮਰ 17-18 ਸਾਲ ਦੀ ਹੋ ਗਈ ਸੀ। 5-6 ਸਾਲ
ਆਪ ਲਗਾਤਾਰ ਗੁਰੂ ਜੀ ਦੀ ਸੇਵਾ ਵਿੱਚ ਹੀ ਰਹੇ ਤੇ ਆਈਆਂ ਸੰਗਤਾਂ ਤੇ ਗੁਰੂ ਜੀ ਦੀ ਰੱਜ ਕੇ ਸੇਵਾ ਕਰਦੇ ਰਹੇ। ਬਾਬਾ ਬੁੱਢਾ ਜੀ ਦੇ ਮਾਤਾ ਪਿਤਾ ਨੇ ਆਪ ਨੂੰ ਜਵਾਨ ਹੋਇਆ ਵੇਖ ਕੇ ਇੱਛਾ ਕੀਤੀ ਕਿ ਹੁਣ ਇਸ ਦਾ ਵਿਆਹ ਕਰਨਾ ਚਾਹੀਦਾ ਹੈ। ਬਾਬਾ ਜੀ ਦੀ ਬਿਰਤੀ ਸੇਵਾ ਵਿੱਚ ਤੇ ਪ੍ਰਭੂ ਸਿਮਰਨ ਵਿੱਚ ਲੱਗੀ ਦੇਖ ਕੇ ਉਹਨਾਂ ਨੂੰ ਸ਼ੰਕਾ ਸੀ ਕਿ ਜੇ ਅਸੀਂ ਬਗੈਰ ਬਾਬਾ ਜੀ ਦੀ ਮਰਜ਼ੀ ਦੇ ਵਿਆਹ ਦਾ ਉਦਮ ਕੀਤਾ ਤਾਂ ਇਹ ਕਿਤੇ ਇਨਕਾਰ ਹੀ ਨਾ ਕਰ ਦੇਣ। ਸੋ ਇਹ ਇਰਾਦਾ ਧਾਰ ਕੇ ਦੋਵੇਂ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਤੇ ਬੇਨਤੀ ਕੀਤੀ, ਸਤਿਗੁਰੂ ਜੀ, ਜੇ ਆਪ ਜੀ ਦੀ ਆਗਿਆ ਹੋਵੇ ਤਾਂ ਆਪ ਦੇ ਸੇਵਕ ਬਾਬਾ ਬੁੱਢਾ ਜੀ ਦੀ ਸ਼ਾਦੀ ਦਾ ਉਦਮ ਕਰੀਏ। ਸਾਡੀ ਇੱਛਾ ਹੈ ਕਿ ਅਸੀਂ ਆਪਣੇ ਪੁੱਤਰ ਦੀ ਸ਼ਾਦੀ ਕਰੀਏ ਤੇ ਇਸ ਨੂੰ ਗ੍ਰਸਤੀ ਬਣਾਈਏ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਵਿੱਚ ਗ੍ਰਸਤ ਧਰਮ ਨੂੰ ਪ੍ਰਧਾਨਤਾ ਦਿੱਤੀ ਹੈ। ਸਤਿਗੁਰੂ ਜੀ ਦਾ ਇਹੋ ਉਪਦੇਸ਼ ਹੋਇਆ ਕਰਦਾ ਸੀ ਕਿ ਹਰ ਸਿੱਖ ਗ੍ਰਸਤੀ ਬਣ ਕੇ ਧਰਮ ਦੀ ਕਿਰਤ ਕਰੇ, ਪ੍ਰਭੂ ਦਾ ਸਿਮਰਨ ਕਰੇ ਤੇ ਆਪਣੀ ਕਮਾਈ ਵੰਡ ਕੇ ਛਕੇ। ਤਦ ਹੀ ਸਿੱਖ ਪਰਮ ਗਤੀ ਪ੍ਰਾਪਤ ਕਰ ਸਕੇਗਾ। ਜੋਗੀਆਂ ਨਾਲ ਗੋਸ਼ਟ ਕਰਨ ਸਮੇਂ ਸਤਿਗੁਰੂ ਜੀ ਜੋਗੀਆਂ 'ਤੇ ਇਹੋ ਇਤਰਾਜ਼ ਕਰਿਆ ਕਰਦੇ ਸਨ ਕਿ ਤੁਸੀਂ ਅਸਲ ਜੋਗ ਤੋਂ ਭਟਕੇ ਫਿਰਦੇ ਹੋ, ਘਰ-ਬਾਰ ਛੱਡ ਕੇ ਉਦਰ ਪੂਰਨਾ ਲਈ ਫਿਰ ਗ੍ਰਸਤੀਆਂ ਦੇ ਦੁਆਰੇ 'ਤੇ ਜਾਂਦੇ ਹੋ। ਇਹ ਜੋਗ ਨਹੀਂ। ਜੋਗ ਮਾਇਆ ਵਿੱਚ ਰਹਿੰਦਿਆਂ ਮਾਇਆ ਤੋਂ ਨਿਰਲੇਪ ਰਹਿਣਾ ਤੇ ਫਿਰ ਪਰਮੇਸ਼ਰ ਦਾ ਸਿਮਰਨ ਕਰਨਾ। ਬਾਬਾ ਬੁੱਢਾ ਜੀ ਦੇ ਮਾਤਾ ਪਿਤਾ ਦੀ ਬੇਨਤੀ ਸੁਣ ਕੇ ਸਤਿਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ, ਭਾਈ ਬੁੱਢਾ, ਤੇਰੇ ਮਾਤਾ ਪਿਤਾ ਦੀ ਇੱਛਾ ਹੈ ਕਿ ਤੇਰੀ ਸ਼ਾਦੀ ਕੀਤੀ ਜਾਏ, ਸੋ ਇਹਨਾਂ ਨਾਲ ਜਾ ਕੇ ਸ਼ਾਦੀ ਕਰਾ ਕੇ ਸੱਚਾ ਗ੍ਰਸਤੀ ਬਣ। ਇਹੋ ਸਿੱਖੀ ਦੀ ਮਰਿਆਦਾ ਹੈ। ਬਾਬਾ ਬੁੱਢਾ ਜੀ ਦਾ ਚਿੱਤ ਤਾਂ ਨਹੀਂ ਸੀ ਕਰਦਾ ਕਿ ਗ੍ਰਸਤ ਦੇ ਧੰਦੇ ਵਿੱਚ ਫਸਿਆ ਜਾਏ। ਉਹਨਾਂ ਦੀ ਇੱਛਾ ਇਹੋ ਸੀ ਕਿ ਇਸੇ ਤਰ੍ਹਾਂ ਕੁਆਰਿਆਂ ਰਹਿ ਕੇ ਹੀ ਸਾਰੀ ਉਮਰ ਗੁਰੂ ਘਰ ਦੀ ਸੇਵਾ ਕੀਤੀ ਜਾਏ। ਪਰ ਹੁਣ ਸਤਿਗੁਰੂ ਜੀ ਦੇ ਹੁਕਮ ਨੂੰ ਉਹ ਮੋੜ ਨਾ ਸਕੇ। ਉਹ ਆਪਣੇ ਮਾਤਾ ਪਿਤਾ ਜੀ ਦੇ ਨਾਲ ਤੁਰ ਪਏ। ਸਾਰਾ ਪਰਿਵਾਰ ਰਮਦਾਸ ਤੋਂ ਆਪਣੇ ਪਹਿਲੇ ਨਗਰ ਕੱਥੂ ਨੰਗਲ ਪਹੁੰਚ ਗਿਆ ਤੇ ਵਿਆਹ ਦੀ ਤਿਆਰੀ ਆਰੰਭ ਕਰ ਦਿੱਤੀ। ਇਸ ਵਿਆਹ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸ਼ਾਮਲ ਹੋਣ ਲਈ ਬੇਨਤੀ ਕੀਤੀ ਗਈ। ਸਤਿਗੁਰੂ ਜੀ ਨੇ ਆਪਣੀ ਜਗ੍ਹਾ ਆਪਣੇ ਦੋਹਾਂ ਸਪੁੱਤਰਾਂ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਨੂੰ ਭੇਜ ਦਿੱਤਾ। ਮਾਤਾ ਸੁਲੱਖਣੀ ਜੀ ਵੀ ਬਾਬਾ ਬੁੱਢਾ ਜੀ ਦੇ ਪ੍ਰੇਮ ਦੇ ਖਿੱਚੇ ਵਿਆਹ ਵਿੱਚ ਸ਼ਾਮਲ ਹੋਣ ਲਈ ਕੱਥੂ ਨੰਗਲ ਪਹੁੰਚੇ। ਅਚਲ ਪਿੰਡ ਦੇ ਇੱਕ ਜੱਟ ਦੀ ਪੁੱਤਰੀ ਮੇਰੋਆਂ ਨਾਲ ਬਾਬਾ ਜੀ ਦਾ ਵਿਆਹ 15 ਫੱਗਣ ਸੰਮਤ 1580 ਦਿਨ ਐਤਵਾਰ ਨੂੰ ਬੜੀ ਧੂਮ-ਧਾਮ ਨਾਲ ਹੋਇਆ। ਬਾਬਾ ਬੁੱਢਾ ਜੀ ਦੇ ਮਾਤਾ ਪਿਤਾ ਦਾ ਵਿਚਾਰ ਸੀ ਕਿ ਹੁਣ ਬਾਬਾ ਜੀ ਵਿਆਹ ਕਰਾ ਕੇ ਸਾਡੇ ਕੋਲ ਹੀ ਰਿਹਾ ਕਰਨਗੇ, ਪਰ ਬਾਬਾ ਜੀ ਦੀ ਪ੍ਰੀਤੀ ਗੁਰੂ ਚਰਨਾਂ ਵਿੱਚ ਐਸੀ ਜੁੜ ਚੁੱਕੀ ਸੀ ਕਿ ਉਹ ਇਸ ਸੇਵਾ ਨੂੰ ਛੱਡਣ ਲਈ ਤਿਆਰ ਨਹੀਂ ਸਨ। ਬਾਬਾ ਬੁੱਢਾ ਜੀ ਵਿਆਹ ਤੋਂ ਬਾਅਦ ਕੁਝ ਦਿਨ ਘਰ ਰਹਿ ਕੇ ਫਿਰ ਸ਼੍ਰੀ ਕਰਤਾਰਪੁਰ ਸਾਹਿਬ ਚਲੇ ਗਏ। ਸਤਿਗੁਰੂ ਜੀ ਦੀ ਸੇਵਾ ਉਹ ਪਹਿਲੇ ਵਾਂਗ ਹੀ ਬੜੇ ਪ੍ਰੇਮ ਨਾਲ ਕਰਿਆ ਕਰਦੇ ਸਨ। ਹਰ ਵੇਲੇ ਗੁਰਬਾਣੀ ਦਾ ਪਾਠ ਤੇ ਪ੍ਰਭੂ ਸਿਮਰਨ ਵਿੱਚ ਲੀਨ ਰਹਿੰਦੇ ਸਨ। ਨਾਮ ਦਾ ਅਭਿਆਸ ਕਰਕੇ ਆਪ ਜੀ ਉੱਚ ਮੰਡਲਾਂ ਵਿੱਚ ਵਿਚਰਦੇ ਸਨ। ਆਪ ਦੀ ਅਵਸਥਾ ਸਤਿਗੁਰੂ ਜੀ ਦੀ ਸੰਗਤ ਵਿੱਚ ਰਹਿ ਕੇ ਬਹੁਤ ਉੱਚੀ ਹੋ ਚੁੱਕੀ ਸੀ। ਸਭ ਸਿੱਖ ਸੰਗਤਾਂ ਆਪ ਜੀ ਦੀ ਸੇਵਾ ਵੇਖ ਕੇ ਆਪ ਜੀ ਦੀ ਮਹਿਮਾ ਕਰਦੀਆਂ ਸਨ। ਆਪ ਸਤਿਗੁਰੂ ਜੀ ਦੇ ਦਰਸਾਏ ਗ੍ਰਸਤ ਧਰਮ ਵਿੱਚ ਰਹਿ ਕੇ ਪੂਰਨ ਗ੍ਰਸਤੀ ਜੀਵਨ ਬਤੀਤ ਕਰਦੇ ਸਨ। ਸਤਿਗੁਰੂ ਜੀ ਆਪ ਨੂੰ ਆਗਿਆ ਦੇ ਕੇ ਪਰਿਵਾਰ ਨੂੰ ਮਿਲਣ ਲਈ ਕਦੀ-ਕਦੀ ਘਰ ਭੇਜ ਦਿਆ ਕਰਦੇ ਸਨ। ਬਾਬਾ ਬੁੱਢਾ ਜੀ ਦੇ ਮਾਤਾ ਪਿਤਾ ਬਿਰਧ ਹੋ ਚੁੱਕੇ ਸਨ। ਆਪ ਉਹਨਾਂ ਦੀ ਸੇਵਾ ਲਈ ਸਤਿਗੁਰੂ ਜੀ ਤੋਂ ਆਗਿਆ ਲੈ ਕੇ ਕੁਝ ਦਿਨਾਂ ਲਈ ਘਰ ਆ ਜਾਇਆ ਕਰਦੇ ਸਨ। ਇਹ ਕੁਝ ਦਿਨਾਂ ਦਾ ਵਿਛੋੜਾ ਆਪ ਨੂੰ ਅਸਹਿ ਭਾਸਿਆ ਕਰਦਾ ਸੀ। ਆਪ ਜੀ ਦੀ ਪਤਨੀ ਆਪਣੇ ਸਹੁਰੇ ਘਰ ਆਪਣੇ ਸੱਸ ਸਹੁਰਾ ਜੀ ਕੋਲ ਰਹਿੰਦੀ ਸੀ, ਇਸ ਲਈ ਆਪ ਨੂੰ ਘਰ ਜ਼ਰੂਰ ਜਾਣਾ ਪੈਂਦਾ ਸੀ। ਬਾਬਾ ਜੀ ਦੇ ਪਿਤਾ ਭਾਈ ਸੁੱਗਾ ਜੀ ਬਿਮਾਰ ਪੈ ਗਏ। ਕੁਝ ਦਿਨਾਂ ਬਾਅਦ ਸੁੱਗਾ ਜੀ ਅਕਾਲ ਪੁਰਖ ਦੇ ਭਾਣੇ ਅਨੁਸਾਰ ਚਲਾਣਾ ਕਰ ਗਏ।
ਸੁੱਗਾ ਜੀ ਦਾ ਸੰਸਕਾਰ ਕਰਕੇ ਅਜੇ ਕਿਰਿਆ ਕਰਮ ਦੀ ਰਸਮ ਨਹੀਂ ਸੀ ਹੋਈ ਕਿ ਬਾਬਾ ਜੀ ਦੀ ਮਾਤਾ ਨੂੰ ਵੀ ਧੁਰ ਤੋਂ ਸੱਦਾ ਆ ਗਿਆ। ਕੱਥੂ ਨੰਗਲ ਵਿੱਚ ਦੋਹਾਂ ਜੀਆਂ ਦੀ 17ਵੀਂ ਦਾ ਸਮਾਗਮ ਇਕੱਠਾ ਹੀ ਕੀਤਾ ਗਿਆ। ਇੱਕ ਸਮੇਂ ਭਾਈਚਾਰੇ ਦਾ ਬੜਾ ਭਾਰੀ ਇਕੱਠ ਹੋਇਆ। ਇਸ ਅੰਤਰ ਸਮਾਗਮ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਕੱਥੂ ਨੰਗਲ ਪਹੁੰਚੇ। ਸਤਿਗੁਰੂ ਜੀ ਨੇ ਆਪਣੇ ਪ੍ਰੇਮ ਸੇਵਕ ਬਾਬਾ ਬੁੱਢਾ ਜੀ ਨੂੰ ਆਪਣੇ ਹੱਥੀਂ ਦਸਤਾਰ ਬੰਨੀ। ਸਮੇਂ ਦੀ ਚਾਲ ਅਨੁਸਾਰ ਸਭ ਰਸਮਾਂ ਕੀਤੀਆਂ ਗਈਆਂ। ਸਤਿਗੁਰੂ ਜੀ ਨੇ ਸਭ ਪਰਿਵਾਰ ਨੂੰ ਭਾਣਾ ਮੰਨਣ ਦਾ ਉਪਦੇਸ਼ ਦਿੱਤਾ ਤੇ ਸਭ ਨੂੰ ਨਾਮ ਦੀ ਦਾਤ ਬਖਸ਼ ਕੇ ਆਪ ਸ੍ਰੀ ਕਰਤਾਰਪੁਰ ਸਾਹਿਬ ਵਾਪਸ ਆ ਗਏ। ਇਸ ਸਮੇਂ ਤੱਕ ਬਾਬਾ ਬੁੱਢਾ ਜੀ ਦੇ ਘਰ 2 ਸਪੁੱਤਰਾਂ ਦਾ ਜਨਮ ਹੋ ਚੁੱਕਾ ਸੀ। ਬਾਬਾ ਬੁੱਢਾ ਜੀ ਦੀ ਪਤਨੀ ਬੜੀ ਨੇਕ ਤੇ ਪਤੀਬ੍ਰਤਾ ਇਸਤਰੀ ਸੀ। ਉਹ ਵੀ ਗੁਰੂ ਘਰ ਦੀ ਸੇਵਾ ਕਰਕੇ ਪ੍ਰਸੰਨ ਹੁੰਦੀ ਸੀ। ਹੁਣ ਬਾਬਾ ਬੁੱਢਾ ਜੀ ਦੇ ਸਾਹਮਣੇ ਇਹ ਸਮੱਸਿਆ ਆ ਖੜੀ ਹੋਈ ਕਿ ਉਹ ਮਾਤਾ ਪਿਤਾ ਜੀ ਦੇ ਚਲੇ ਜਾਣ ਤੋਂ ਬਾਅਦ ਘਰ ਰਹਿਣ ਜਾਂ ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਵਸਣ। ਅੱਗੇ ਤਾਂ ਮਾਤਾ ਪਿਤਾ ਦੇ ਘਰ ਹੋਣ ਨਾਲ ਬਾਬਾ ਬੁੱਢਾ ਜੀ ਨਿਸ਼ਚਿੰਤ ਸਨ, ਪਰ ਹੁਣ ਉਹ ਇਸ ਗੱਲ ਦੀ ਵਿਚਾਰ ਕਰਨ ਲੱਗੇ ਕਿ ਇਸ ਸੂਰਤ ਵਿੱਚ ਕੀ ਕੀਤਾ ਜਾਏ। ਬਾਬਾ ਬੁੱਢਾ ਜੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਿਆਰ ਬਹੁਤ ਗੂੜਾ ਹੋ ਚੁੱਕਾ ਸੀ। ਉਹ ਹੁਣ ਕੁਝ ਦਿਨ ਸ੍ਰੀ ਕਰਤਾਰਪੁਰ ਸਾਹਿਬ ਰਹਿ ਕੇ ਫਿਰ ਕੁਝ ਦਿਨਾਂ ਲਈ ਘਰ ਫੇਰਾ ਮਾਰਨ ਲਈ ਚਲੇ ਜਾਂਦੇ ਸਨ। ਜੇ ਕਦੀ ਬਾਬਾ ਜੀ ਘਰੋਂ ਕਰਤਾਰਪੁਰ ਵਾਪਸ ਨਾ ਪਹੁੰਚਦੇ ਤਾਂ ਗੁਰੂ ਜੀ ਬਾਬਾ ਜੀ ਦੇ ਪਿਆਰ ਦੇ ਖਿੱਚੇ ਆਪ ਬਾਬਾ ਜੀ ਦੇ ਨਗਰ ਚਲੇ ਜਾਂਦੇ। ਸਤਿਗੁਰੂ ਜੀ ਦਾ ਜਸ ਸਾਰੇ ਦੇਸ਼ ਵਿੱਚ ਹੁਣ ਬਹੁਤ ਫੈਲ ਚੁੱਕਾ ਸੀ। ਰੱਬੀ ਪਿਆਰ ਵਾਲੇ ਬੇਅੰਤ ਪੁਰਸ਼ ਸਤਿਗੁਰੂ ਜੀ ਦੇ ਦਰਸ਼ਨਾਂ ਲਈ ਹਰ ਵੇਲੇ ਆਉਂਦੇ ਰਹਿੰਦੇ ਸਨ। ਬਾਬਾ ਜੀ ਇਸ ਸਮੇਂ ਆਈਆਂ ਸੰਗਤਾਂ ਦੀ ਸੇਵਾ ਬੜੇ ਪਿਆਰ ਨਾਲ ਕਰਦੇ ਸਨ। ਬਾਬਾ ਜੀ ਭਾਈ ਬਾਲਾ ਜੀ ਤੋਂ ਸਤਿਗੁਰੂ ਜੀ ਦੇ ਜੀਵਨ ਦੀਆਂ ਸਾਖੀਆਂ ਸੁਣ ਕੇ ਨਿਹਾਲ ਹੋਇਆ ਕਰਦੇ ਸਨ। ਗੁਰੂ ਘਰ ਦੀ ਸਾਰੀ ਸੇਵਾ ਦੀ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਬੜੇ ਪਿਆਰ ਤੇ ਸ਼ਰਧਾ ਨਾਲ ਨਿਭਾਉਂਦੇ ਸਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।